ਕੀ ਹੈ ਐਲਓਸੀ ਤੇ ਐਲਏਸੀ ਵਿੱਚ ਫਰਕ? ਕਿਉਂ ਨਹੀਂ ਮੰਨਿਆ ਜਾਂਦਾ ਅੰਤਰਰਾਸ਼ਟਰੀ ਰੇਖਾ? ਕਦ ਮਿਲੀ ਕਾਨੂੰਨੀ ਮਾਨਤਾ? ਕਿੱਥੇ ਹੈ ਖਤਰਾ ਜ਼ਿਆਦਾ? ਇੰਟਰਨੈਸ਼ਨਲ ਬਾਰਡਰ ਐਲਏਸੀ, ਐਲਓਸੀ ਅਤੇ ਐਕਚੁਅਲ ਗਰਾਊਂਡ ਪੋਜੀਸ਼ਨ ਲਾਈਨ, ਇਹਨਾਂ ਸ਼ਬਦਾਂ ਦਾ ਜ਼ਿਕਰ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਚੀਨ ਦੇ ਨਾਲ ਲੱਗਣ ਵਾਲੀ ਸੀਮਾ ਤੇ ਅਕਸਰ ਐਲਏਸੀ ਦਾ ਜ਼ਿਕਰ ਆਉਂਦਾ ਹੈ ਤੇ ਪਾਕਿਸਤਾਨ ਦੇ ਨਾਲ ਲੱਗਣ ਵਾਲੀ ਸੀਮਾ ਦੇ ਵੱਡੇ ਹਿੱਸੇ ਨੂੰ ਐਲਓਸੀ ਕਿਹਾ ਜਾਂਦਾ ਹੈ। ਪਰ ਕੀ ਤੁਸੀਂ ਹੁਣ ਇਹ ਜਾਣਦੇ ਹੋ ਕਿ ਇਹਨਾਂ ਦੇ ਵਿੱਚ ਫਰਕ ਕੀ ਹੈ? ਜੇਕਰ ਇਸ ਦਾ ਜਵਾਬ ਨਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਐਲਏਸੀ, ਐਲਓਸੀ ਅਤੇ ਇੰਟਰਨੈਸ਼ਨਲ ਬਾਰਡਰ ਦਾ ਮਤਲਬ ਸਮਝੇ ਬਿਨਾ ਚੀਨ ਅਤੇ ਪਾਕਿਸਤਾਨ ਦੇ ਨਾਲ ਭਾਰਤ ਦੇ ਸੀਮਾ ਵਿਵਾਦ ਨੂੰ ਨਹੀਂ ਸਮਝਿਆ ਜਾ ਸਕਦਾ। ਤਾਂ ਚਲੋ ਜਾਣਦੇ ਹਾਂ ਇਹਨਾਂ ਦੇ ਵਿਚਕਾਰ ਦਾ ਅੰਤਰ। ਕੀ ਹੈ ਐਲਏਸੀ? ਐਲਏਸੀ ਯਾਨੀ ਕਿ ਲਾਈਨ ਆਫ ਐਕਚੁਅਲ ਕੰਟਰੋਲ, ਜਿਸ ਨੂੰ ਵਾਸਤਵਿਕ ਨਿਯੰਤਰਣ ਰੇਖਾ ਵੀ ਕਿਹਾ ਜਾਂਦਾ ਹੈ, ਚੀਨ ਅਤੇ ਭਾਰਤ ਦੇ ਵਿਚਕਾਰ ਦੀ ਸੀਮਾ ਹੈ। ਵਾਸਤਵਿਕ ਨਿਯੰਤਰਣ ਰੇਖਾ ਦੀ ਅਵਤਾਰਨਾ 1993 ਦੇ ਵਿੱਚ ਦੁਪੱਖੀ ਸਮਝੌਤੇ ਵਿੱਚ ਆਈ ਸੀ। ਹਾਲਾਂਕਿ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਕੋਈ ਠੋਸ ਸਮਝੌਤਾ ਨਹੀਂ ਹੋਇਆ। ਐਲਏਸੀ ਭਾਰਤੀ ਨਿਯੰਤਰਣ ਖੇਤਰ ਨੂੰ ਚੀਨੀ ਨਿਯੰਤਰਣ ਖੇਤਰ ਤੋਂ ਵੱਖ ਕਰਦਾ ਹੈ। ਇੱਕ ਵੱਡਾ ਖਾਲੀ ਖੇਤਰ ਹੈ ਤੇ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵੱਲੋਂ ਲਗਭਗ 50 ਤੋਂ 100 ਕਿਲੋਮੀਟਰ ਦੀ ਦੂਰੀ ਬਣਾਈ ਰੱਖੀ ਜਾਂਦੀ ਹੈ। ਚੀਨੀ ਸਰਕਾਰ ਐਲਏਸੀ ਨੂੰ ਲਗਭਗ 2000 ਕਿਲੋਮੀਟਰ ਮੰਨਦੀ ਹੈ, ਜਦਕਿ ਭਾਰਤ ਐਲਏਸੀ ਨੂੰ 3488 ਕਿਲੋਮੀਟਰ ਲੰਬਾ ਮੰਨਦੀ ਹੈ। ਐਲਏਸੀ ਨੂੰ 3 ਖੇਤਰਾਂ ਵਿੱਚ ਵੰਡਿਆ ਗਿਆ ਹੈ। ਲੱਦਾਖ ਵਿੱਚ ਪੱਛਮੀ ਖੇਤਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੱਧ ਖੇਤਰ ਅਤੇ ਪੂਰਬੀ ਖੇਤਰ, ਜੋ ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ਤੱਕ ਫੈਲਿਆ ਹੋਇਆ ਹੈ। ਕਿਸ ਨੂੰ ਕਹਿੰਦੇ ਨੇ ਐਲਓਸੀ? ਐਲਓਸੀ ਯਾਨੀ ਕਿ ਲਾਈਨ ਆਫ ਕੰਟਰੋਲ ਉਸ ਰੇਖਾ ਨੂੰ ਕਿਹਾ ਜਾਂਦਾ ਹੈ ਜੋ ਸੀਮਾ ਰੇਖਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੁੰਦੀ ਹੈ। ਇਸ ਦੇ ਨਾਲ ਹੀ ਇਸ ਖੇਤਰ ਨੂੰ ਸੀਜ਼ਫਾਇਰ ਖੇਤਰ ਵੀ ਕਿਹਾ ਜਾਂਦਾ ਹੈ। 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੀਆਂ ਸੀਮਾਵਾਂ ਵਿੱਚ ਜ਼ਬਰਦਸਤੀ ਵੜ ਕੇ ਇੱਕ ਦੂਜੇ ਦੀਆਂ ਚੌਕੀਆਂ ਤੇ ਕਬਜ਼ਾ ਕਰ ਲਿਆ ਸੀ। ਇਸ ਦੇ ਬਾਅਦ ਜਦ 3 ਜੁਲਾਈ 1972 ਵਿੱਚ ਸ਼ਿਮਲਾ ਸਮਝੌਤਾ ਕੀਤਾ ਗਿਆ ਤਾਂ ਇਸ ਤੋਂ ਬਾਅਦ ਨਿਯੰਤਰਣ ਰੇਖਾ ਨੂੰ ਬਹਾਲ ਕੀਤਾ ਗਿਆ। ਇਸ ਸਮਝੌਤੇ ਵਿੱਚ ਦੋਹਾਂ ਦੇਸ਼ਾਂ ਨੇ ਆਪਸ ਵਿੱਚ ਗੱਲ ਕਰਕੇ ਇਸ ਮਾਮਲੇ ਨੂੰ ਸੁਲਝਾ ਲਿਆ ਤੇ ਇਸ ਗੱਲ ਨੂੰ ਸਵੀਕਾਰ ਕਰ ਲਿਆ। ਐਲਓਸੀ ਅਤੇ ਐਲਏਸੀ ਵਿੱਚ ਫਰਕ। ਐਲਓਸੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਨਿਯੰਤਰਣ ਰੇਖਾ ਹੈ, ਜਦਕਿ ਐਲਏਸੀ ਭਾਰਤ ਅਤੇ ਚੀਨ ਦੇ ਵਿਚਕਾਰ ਦੀ ਨਿਯੰਤਰਣ ਸੀਮਾ ਰੇਖਾ ਹੈ। ਐਲਓਸੀ ਦੀ ਲੰਬਾਈ 740 ਕਿਲੋਮੀਟਰ ਹੈ, ਜਦਕਿ ਐਲਏਸੀ ਦੀ ਲੰਬਾਈ 4057 ਕਿਲੋਮੀਟਰ ਹੈ। ਐਲਓਸੀ ਦਾ ਵਿਸਤਾਰ ਉੱਤਰ ਤੋਂ ਦੱਖਣ ਵੱਲ ਹੈ ਅਤੇ ਭਾਰਤ ਦੇ ਪੱਛਮ ਸੀਮਾ ਤੇ ਸਥਿਤ ਹੈ। ਉਧਰ ਐਲਏਸੀ ਦਾ ਵਿਸਤਾਰ ਭਾਰਤ ਦੇ ਪੱਛਮ ਤੋਂ ਲੈ ਕੇ ਪੂਰਬ ਤੱਕ ਹੈ ਤੇ ਭਾਰਤ ਦੇ ਉੱਤਰੀ ਸੀਮਾ ਤੇ ਸਥਿਤ ਹੈ। ਐਲਓਸੀ ਭਾਰਤ ਦੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਕਸ਼ਮੀਰ ਚੋਂ ਲੰਘਦੀ ਹੈ, ਜਦਕਿ ਐਲਏਸੀ ਭਾਰਤ ਦੇ ਇੱਕ ਕੇਂਦਰ ਸ਼ਾਸਿਤ ਸੂਬੇ ਲੱਦਾਖ ਅਤੇ 4 ਹੋਰਨਾਂ ਸੂਬਿਆਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਚੋਂ ਹੋ ਕੇ ਲੰਘਦੀ ਹੈ। ਐਲਓਸੀ ਨੂੰ ਕਾਨੂੰਨੀ ਮਾਨਤਾ 1972 ਦੇ ਸ਼ਿਮਲਾ ਸਮਝੌਤੇ ਤੋਂ ਬਾਅਦ ਮਿਲੀ, ਜਦਕਿ ਐਲਏਸੀ ਨੂੰ ਭਾਰਤ ਅਤੇ ਚੀਨ ਦੇ ਮੱਧ 1993 ਤੋਂ 1996 ਦੇ ਸਮਝੌਤੇ ਦੇ ਬਾਅਦ ਸਵੀਕਾਰ ਕੀਤਾ ਗਿਆ। ਐਲਓਸੀ ਦੀ ਅਵਤਾਰਨਾ 1948 ਦੇ ਯੁੱਧ ਵਿਰਾਮ ਦੇ ਬਾਅਦ ਹੋਈ, ਜਿਸ ਵਿੱਚ ਸੰਯੁਕਤ ਰਾਸ਼ਟਰ ਸੰਘ ਅਤੇ ਭਾਰਤ-ਪਾਕਿਸਤਾਨ ਦੇ ਮੱਧ ਗੱਲਬਾਤ ਦੇ ਜ਼ਰੀਏ ਇਸ ਨੂੰ ਸਵੀਕਾਰ ਕੀਤਾ ਗਿਆ। ਐਲਏਸੀ ਦਾ ਸਰਵਪ੍ਰਥਮ ਜ਼ਿਕਰ ਚੀਨ ਦੇ ਰਾਸ਼ਟਰਪਤੀ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਨੂੰ 1959 ਵਿੱਚ ਲਿਖੇ ਪੱਤਰ ਵਿੱਚ ਕੀਤਾ ਗਿਆ ਸੀ। ਐਲਓਸੀ ਦੋਹਾਂ ਸੈਨਾਵਾਂ ਦੇ ਡੀਜੀਐਮਓਜ਼ ਵੱਲੋਂ ਦਸਤਖਤ ਕੀਤੇ ਨਕਸ਼ੇ ਤੇ ਚਿੱਤਰਿਤ ਕੀਤਾ ਗਿਆ ਹੈ ਤੇ ਇੱਕ ਕਾਨੂੰਨੀ ਸਮਝੌਤੇ ਦੀ ਅੰਤਰਰਾਸ਼ਟਰੀ ਦੇ ਰੂਪ ਦੇ ਵਿੱਚ ਇਸ ਨੂੰ ਸਵੀਕਾਰ ਕੀਤਾ ਗਿਆ। ਇਸ ਦੇ ਉਲਟ ਐਲਏਸੀ ਸਿਰਫ ਇੱਕ ਅਵਤਾਰਨਾ ਹੈ, ਦੋਹਾਂ ਦੇਸ਼ਾਂ ਦੁਆਰਾ ਸਹਿਮਤ ਨਹੀਂ ਹੈ। ਨਾ ਤਾਂ ਨਕਸ਼ੇ ਤੇ ਚਿੱਤਰਿਤ ਕੀਤਾ ਗਿਆ ਹੈ ਤੇ ਨਾ ਹੀ ਜ਼ਮੀਨ ਤੇ ਸੀਮਾਂਕਿਤ ਕੀਤਾ ਗਿਆ ਹੈ। ਨਹੀਂ ਮੰਨੀ ਜਾਂਦੀ ਅੰਤਰਰਾਸ਼ਟਰੀ ਰੇਖਾ।
LOC ਅਤੇ LAC ਦੋਹੇ ਹੀ ਨਿਯੰਤਰਣ ਰੇਖਾਵਾਂ ਹਨ, ਪਰ ਇਹਨਾਂ ਨੂੰ ਅੰਤਰਰਾਸ਼ਟਰੀ ਰੇਖਾ ਨਹੀਂ ਮੰਨਿਆ ਜਾਂਦਾ ਤੇ ਇਸ ਨੂੰ ਯੁੱਧ ਵਿਰਾਮ ਦੀ ਨਿਯੰਤਰਣ ਰੇਖਾ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਨਿਯੰਤਰਣ ਰੇਖਾ LOC ਕਾਫੀ ਸੰਵੇਦਨਸ਼ੀਲ ਮੰਨੀ ਜਾਂਦੀ ਹੈ। ਇਸ ਤੋਂ ਹੋ ਕੇ ਅਕਸਰ ਘੁਸਪੈਠ ਅਤੇ ਝੜਪਾਂ ਹੁੰਦੀਆਂ ਰਹਿੰਦੀਆਂ ਨੇ, ਜਦਕਿ LAC ਯਾਨੀ ਕਿ ਵਾਸਤਵਿਕ ਨਿਯੰਤਰਣ ਰੇਖਾ ਜੋ ਭਾਰਤ ਅਤੇ ਚੀਨ ਨੂੰ ਵੱਖ ਕਰਦੀ ਹੈ, ਇਸ ਦੇ 100 ਤੋਂ 150 ਕਿਲੋਮੀਟਰ ਦੀ ਦੂਰੀ ਬਣਾ ਕੇ ਸੈਨਾਵਾਂ ਗਸ਼ਤ ਕਰਦੀਆਂ ਨੇ। ਕਿਸ ਨੂੰ ਕਹਿੰਦੇ ਨੇ ਇੰਟਰਨੈਸ਼ਨਲ ਬਾਰਡਰ? ਇੰਟਰਨੈਸ਼ਨਲ ਬਾਰਡਰ ਉਸ ਨੂੰ ਕਹਿੰਦੇ ਨੇ ਜਿੱਥੇ ਦੋ ਦੇਸ਼ਾਂ ਦੀਆਂ ਸੀਮਾਵਾਂ ਮਿਲਦੀਆਂ ਹਨ। ਇਸ ਕਾਲਪਨਿਕ ਰੇਖਾ ਦਾ ਦੋਵੇਂ ਦੇਸ਼ ਸਨਮਾਨ ਕਰਦੇ ਨੇ ਤੇ ਮਾਨਤਾ ਦਿੰਦੇ ਨੇ। ਇਸ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਹੁੰਦਾ। ਭਾਰਤ 15,106 ਕਿਲੋਮੀਟਰ ਲੰਬਾ ਇੰਟਰਨੈਸ਼ਨਲ ਬਾਰਡਰ 7 ਦੇਸ਼ਾਂ ਦੇ ਨਾਲ ਸਾਂਝਾ ਕਰਦਾ ਹੈ। ਇੰਨਾ ਹੀ ਨਹੀਂ, ਭਾਰਤ ਦੀ 5,616 ਕਿਲੋਮੀਟਰ ਲੰਬੀ ਸਮੁੰਦਰੀ ਸੀਮਾ ਵੀ ਹੈ। ਬਿਊਰੋ ਰਿਪੋਰਟ, ਜਗਬਾਣੀ TV, ਚੰਡੀਗੜ੍ਹ।